ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡੇ ਆਪਦੇ YouTube ਚੈਨਲ ਅੰਬੇਦਕਰ ਪੁਆਇੰਟ ਦੇ ਵਿੱਚ। ਦੋਸਤੋ, ਜਿਵੇਂ ਕਿ ਆਪਾਂ ਲਗਾਤਾਰ ਹਿਸਟਰੀ ਦੀਆਂ ਵੀਡੀਓਜ਼ ਲੈ ਕੇ ਆ ਰਹੇ ਹਾਂ, ਠੀਕ ਹੈ ਜੀ। ਉਸੇ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ ਅੱਜ ਇੱਕ ਹੋਰ ਵੀਡੀਓ ਲੈ ਕੇ ਆਏ ਹਾਂ, ਜੋ ਕਿ ਹੈ ਰਿਗਵੈਦਿਕ ਸੱਭਿਅਤਾ ਦੇ ਬਾਰੇ ਵਿੱਚ। ਇਸ ਵੀਡੀਓ ਦੇ ਵਿੱਚ ਆਰਿਆਂ ਦੇ ਮੂਲ ਸਥਾਨ, ਉਹਨਾਂ ਦੇ ਧਾਰਮਿਕ ਜੀਵਨ, ਰਾਜਨੀਤਿਕ ਜੀਵਨ, ਆਰਥਿਕ ਜੀਵਨ ਦੇ ਬਾਰੇ ਵਿੱਚ ਆਪਾਂ ਜਾਣਕਾਰੀ ਸਾਂਝੀ ਕਰਾਂਗੇ, ਠੀਕ ਹੈ ਜੀ। ਸੋ ਬਹੁਤਾ ਟਾਈਮ ਨਾ ਗਵਾਉਂਦੇ ਹੋਏ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਟੌਪਿਕ, ਠੀਕ ਹੈ ਜੀ। ਤਾਂ ਆਪਣਾ ਅੱਜ ਦਾ ਟੌਪਿਕ ਹੈ ਵੈਦਿਕ ਸੱਭਿਅਤਾ। ਵੈਦਿਕ ਸੱਭਿਅਤਾ ਦੋ ਭਾਗਾਂ ਵਿੱਚ ਵੰਡੀ ਗਈ ਹੈ। ਰਿਗਵੈਦਿਕ ਸੱਭਿਅਤਾ, ਜਿਸ ਦਾ ਟਾਈਮ ਪੀਰੀਅਡ ਹੈ 1500 ਈਸਵੀ ਪੂਰਵ ਤੋਂ ਲੈ ਕੇ 1000 ਈਸਵੀ ਪੂਰਵ ਤੱਕ। ਔਰ ਨੰਬਰ 2 ਦੇ ਉੱਤੇ ਹੈ ਉੱਤਰ ਵੈਦਿਕ ਸੱਭਿਅਤਾ, ਜਿਸ ਦਾ ਟਾਈਮ ਪੀਰੀਅਡ ਹੈ 1000 ਈਸਵੀ ਪੂਰਵ ਤੋਂ ਲੈ ਕੇ 600 ਈਸਵੀ ਪੂਰਵ ਤੱਕ। ਵੈਦਿਕ ਸੱਭਿਅਤਾ ਦਾ ਜੋ ਮੁੱਖ ਸੋਮਾ ਹੈ, ਜਿਸ ਦੇ ਆਧਾਰ ਦੇ ਉੱਤੇ ਇਸ ਦਾ ਨਾਮ ਪਿਆ ਹੈ, ਉਹ ਹੈ ਵੇਦ, ਠੀਕ ਹੈ ਜੀ। ਵੈਦਿਕ ਸੱਭਿਅਤਾ ਵੇਦਾਂ ਦੇ ਉੱਪਰ ਆਧਾਰਿਤ ਸੱਭਿਅਤਾ ਹੈ। ਜਿੱਦਾਂ ਕਿ ਪਤਾ ਹੀ ਹੈ ਕਿ ਜੋ ਵੇਦ ਹਨ ਉਹਨਾਂ ਦੀ ਸੰਖਿਆ 4 ਹੈ। ਕਿਹੜੇ ਕਿਹੜੇ ਹਨ ਉਹ? ਰਿਗਵੇਦ, ਯਜੁਰਵੇਦ, ਸਾਮਵੇਦ ਔਰ ਅਥਰਵਵੇਦ, ਠੀਕ ਹੈ ਜੀ। ਇਹ 4 ਵੇਦ ਹਨ, ਜਿਨ੍ਹਾਂ ਦੇ ਵਿੱਚੋਂ ਰਿਗਵੇਦ ਸਭ ਤੋਂ ਪੁਰਾਣਾ ਵੇਦ ਮੰਨਿਆ ਜਾਂਦਾ ਹੈ। ਵੇਦਾਂ ਬਾਰੇ ਹੋਰ ਜਾਣਕਾਰੀ ਆਪਾਂ ਇਸੇ ਵੀਡੀਓ ਦੇ ਵਿੱਚ ਅੱਗੇ ਕਰਾਂਗੇ, ਠੀਕ ਹੈ। ਵੇਦਾਂ ਬਾਰੇ ਹੋਰ ਜਾਣਕਾਰੀ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਆਪਾਂ ਅੱਗੇ ਤੁਹਾਡੇ ਨਾਲ ਸਾਂਝੀ ਕਰਾਂਗੇ। ਤਾਂ ਹੁਣ ਕਈ ਵਿਦਿਆਰਥੀਆਂ ਨੂੰ ਕਨਫਿਊਜ਼ਨ ਹੋ ਜਾਂਦੀ ਹੈ ਕਿ ਈਸਵੀ ਪੂਰਵ ਅਤੇ ਈਸਵੀ ਵਿੱਚ ਕੀ ਅੰਤਰ ਹੈ, ਠੀਕ ਹੈ। ਦੇਖੋ, ਈਸਵੀ ਪੂਰਵ, ਜਿਸ ਨੂੰ ਇੰਗਲਿਸ਼ ਦੇ ਵਿੱਚ BC, ਔਰ ਈਸਵੀ, ਜਿਸ ਨੂੰ ਇੰਗਲਿਸ਼ ਦੇ ਵਿੱਚ AD ਕਿਹਾ ਜਾਂਦਾ ਹੈ, ਠੀਕ ਹੈ। ਤਾਂ ਇਸ ਦਾ ਜੋ ਮਤਲਬ ਹੈ ਉਹ ਇਹ ਹੈ ਕਿ ਜੋ ਈਸਾ ਮਸੀਹ ਹੋਏ ਸੀ, ਉਹਨਾਂ ਦੇ ਜਨਮ ਤੋਂ ਪਹਿਲਾਂ ਦਾ ਸਮੇਂ, ਠੀਕ ਹੈ। ਉਹਨਾਂ ਦੇ ਜਨਮ ਤੋਂ ਪਹਿਲਾਂ ਦਾ ਜੋ ਸਮੇਂ ਹੈ ਉਸ ਨੂੰ BC ਕਿਹਾ ਜਾਂਦਾ ਹੈ। ਅਤੇ ਉਹਨਾਂ ਦੇ ਜਨਮ ਤੋਂ ਬਾਅਦ ਦੇ ਸਮੇਂ ਨੂੰ, ਉਹਨਾਂ ਦੇ ਜਨਮ ਨੂੰ ਕੇਂਦਰ ਮੰਨਦੇ ਹੋਏ, ਜਨਮ ਸਾਲ ਨੂੰ ਕੇਂਦਰ ਮੰਨਦੇ ਹੋਏ ਜੋ ਹਿਸਟਰੀ ਹੈ, ਠੀਕ ਹੈ, ਉਹ ਅੱਗੇ ਵੱਧਦੀ ਹੈ। ਤਾਂ ਉਸ ਨੂੰ AD ਯਾਨੀ ਕਿ ਐਨੋ ਡੋਮਿਨੀ ਕਿਹਾ ਜਾਂਦਾ ਹੈ। ਤਾਂ ਈਸਵੀ ਪੂਰਵ ਦਾ ਜੋ ਅਰਥ ਹੈ ਉਹ ਹੈ ਬਿਫੋਰ ਕ੍ਰਾਈਸਟ, ਯਾਨੀ ਕਿ ਈਸਾ ਮਸੀਹ ਦੇ ਜਨਮ ਤੋਂ ਪਹਿਲਾਂ ਦਾ ਸਮੇਂ, ਠੀਕ ਹੈ ਜੀ। ਈਸਾ ਮਸੀਹ ਦੇ ਜਨਮ ਤੋਂ ਪਹਿਲਾਂ ਦਾ ਸਮੇਂ। ਔਰ ਇਸੇ ਤਰ੍ਹਾਂ ਜੋ AD ਹੈ, ਜਿਸ ਨੂੰ ਕਿਹਾ ਜਾਂਦਾ ਹੈ ਐਨੋ ਡੋਮਿਨੀ, ਇਸ ਦਾ ਅਰਥ ਹੈ ਈਸ਼ਵਰ ਦੇ ਨਾਲ, ਠੀਕ ਹੈ ਜੀ, ਈਸ਼ਵਰ ਦੇ ਨਾਲ। ਇਸ ਤਰ੍ਹਾਂ ਜੋ ਇਹ ਸਮੇਂ ਹੈ, ਇਸ ਦੇ ਵਿੱਚ ਆਪਾਂ ਜੋ ਗਿਣਤੀ ਦੇ ਸਾਲ ਹਨ ਉਸ ਨੂੰ ਆਪਾਂ ਵੱਧਦੇ ਕ੍ਰਮ ਦੇ ਵਿੱਚ ਲੈਂਦੇ ਹਾਂ, ਜਦ ਕਿ BC ਦੇ ਵਿੱਚ ਆਪਾਂ ਸਾਲਾਂ ਨੂੰ ਘਟਦੇ ਕ੍ਰਮ ਦੇ ਵਿੱਚ ਲੈਂਦੇ ਹਾਂ। ਜਿੱਦਾਂ ਕਿ ਮੰਨ ਲਓ ਆਪਾਂ ਚੰਦਰਗੁਪਤ ਮੌਰਿਆ ਦਾ ਟਾਈਮ ਪੀਰੀਅਡ ਲੈਂਦੇ ਹਾਂ। ਚੰਦਰਗੁਪਤ ਮੌਰਿਆ 322 ਈਸਵੀ ਦੇ ਵਿੱਚ ਗੱਦੀ ਦੇ ਉੱਪਰ ਵਿਰਾਜਮਾਨ ਹੋਇਆ ਸੀ। ਤਾਂ ਇਸ ਦਾ ਅਰਥ ਇਹ ਹੋਇਆ ਕਿ ਚੰਦਰਗੁਪਤ ਮੌਰਿਆ ਈਸਾ ਮਸੀਹ ਦੇ ਜਨਮ ਤੋਂ 322 ਸਾਲ ਪਹਿਲਾਂ ਰਾਜਾ ਬਣਿਆ। 322 ਸਾਲ ਪਹਿਲਾਂ ਰਾਜਾ ਬਣਿਆ, ਠੀਕ ਹੈ ਜੀ। ਤਾਂ ਉਸਨੇ ਜਿਹੜਾ ਰਾਜ ਦਾ ਤਿਆਗ ਕੀਤਾ, ਜਾਂ ਜਦੋਂ ਤੱਕ ਉਹ ਗੱਦੀ 'ਤੇ ਬੈਠਿਆ, ਉਹ ਬੈਠਿਆ ਸੀਗਾ 297 ਈਸਵੀ ਪੂਰਵ ਤੱਕ, ਠੀਕ ਹੈ ਜੀ। ਤਾਂ ਇਸ ਦਾ ਅਰਥ ਇਹ ਹੋਇਆ ਕਿ ਉਹ ਈਸਾ ਦੇ ਜਨਮ ਤੋਂ 322 ਸਾਲ ਪਹਿਲਾਂ ਗੱਦੀ 'ਤੇ ਬੈਠ ਕੇ ਘਟਦੇ ਕ੍ਰਮ ਵੱਲ ਨੂੰ ਆਉਂਦਾ ਹੋਇਆ, ਠੀਕ ਹੈ, ਘਟਦੇ ਕ੍ਰਮ ਵੱਲ ਨੂੰ ਆਉਂਦਾ ਹੋਇਆ ਈਸਾ ਦੇ ਜਨਮ ਤੋਂ 297 ਸਾਲ ਤੱਕ ਉਸਨੇ ਰਾਜ ਭਾਗ ਕੀਤਾ, ਠੀਕ ਹੈ। ਇਸੇ ਤਰ੍ਹਾਂ ਜੇਕਰ ਆਪਾਂ ਹੁਣ ਐਨੋ ਡੋਮਿਨੀ ਦੀ ਗੱਲ ਕਰੀਏ
ਤਾਂ ਇਹ ਸਾਰਾ ਟਾਈਮ ਟੇਬਲ ਆ ਜਾਂਦਾ ਈਸਾ ਮਸੀਹ ਦੇ ਜਨਮ ਤੋਂ ਬਾਅਦ ਦਾ। ਔਰ ਜੋ ਈਸਾ ਮਸੀਹ ਦਾ ਜਨਮ ਕਾਲ ਆ ਜਾਂਦਾ, ਜਿਸ ਸਾਲ ਉਹਨਾਂ ਦਾ ਜਨਮ ਹੋਇਆ, ਉਸ ਨੂੰ ਮੰਨਿਆ ਜਾਂਦਾ ਹੈ ਸੀ ਕਾਮਨ ਏਰਾ ਦੇ ਤੌਰ ਦੇ ਉੱਤੇ। ਠੀਕ ਹੈ, ਕਾਮਨ ਏਰਾ ਦੇ ਤੌਰ ਦੇ ਉੱਤੇ ਉਸਨੂੰ ਮੰਨਿਆ ਜਾਂਦਾ ਹੈ। ਇਹ ਜਿਹੜਾ ਕੈਲੰਡਰ ਹੈ, ਇਸ ਕੈਲੰਡਰ ਨੂੰ ਆਪਾਂ ਈਸਾਈ ਕੈਲੰਡਰ, ਜੂਲੀਅਨ ਕੈਲੰਡਰ, ਠੀਕ ਹੈ, ਕਿਹਾ ਜਾਂਦਾ ਹੈ। ਇਹ ਜਿਹੜਾ ਆਧਾਰਿਤ ਹੈ ਈਸਾਈ ਧਰਮ ਦਾ ਜਿਹੜਾ ਗੁਰੂ ਹੋਇਆ ਸੀ, ਜਿਸ ਨੂੰ ਆਪਾਂ ਈਸਾ ਮਸੀਹ ਦੇ ਨਾਮ ਨਾਲ ਜਾਣਦੇ ਹਾਂ, ਉਹਨਾਂ ਦੇ ਜਨਮ ਨੂੰ ਮੁੱਖ ਰੱਖਦੇ ਹੋਏ ਇਹ ਮੰਨਿਆ ਜਾਂਦਾ ਹੈ। ਇਹ ਕੈਲੰਡਰ ਜੋ ਹੈ ਜੂਲੀਅਨ ਕੈਲੰਡਰ ਉਹ ਪ੍ਰਚਲਿਤ ਹੈ। ਔਰ ਅੱਜ ਕੱਲ੍ਹ ਇਸੇ ਕੈਲੰਡਰ ਦੇ ਆਧਾਰ ਦੇ ਉੱਤੇ ਆਪਾਂ ਜ਼ਿਆਦਾਤਰ ਤਰੀਕਾਂ ਨੂੰ ਯਾਦ ਰੱਖਦੇ ਹਾਂ। ਦੇਖੋ, ਇਸੇ ਕੜੀ ਨੂੰ ਅੱਗੇ ਲੈ ਕੇ ਜਾਂਦੇ ਹੋਏ ਆਪਾਂ ਦੇਖਦੇ ਹਾਂ ਕਿ ਆਰੀਆ ਕੌਣ ਸੀ। ਆਰੀਆ ਦੁਨੀਆ ਦੀਆਂ ਮਹਾਨ ਜਾਤੀਆਂ ਵਿੱਚੋਂ ਇੱਕ ਗਿਣੇ ਜਾਂਦੇ ਹਨ, ਜਿਸ ਦਾ ਇਤਿਹਾਸ ਪ੍ਰਾਚੀਨ ਹੈ, ਜਿਸ ਦਾ ਇਤਿਹਾਸ ਬਹੁਤ ਜ਼ਿਆਦਾ ਪੁਰਾਣਾ ਹੈ। ਜੇ ਆਪਾਂ ਆਰੀਆ ਸ਼ਬਦ ਦੀ ਗੱਲ ਕਰੀਏ ਤਾਂ ਇਸ ਸ਼ਬਦ ਦਾ ਸ਼ਾਬਦਿਕ ਅਰਥ ਹੈ ਉੱਤਮ, ਸ੍ਰੇਸ਼ਟ, ਬੁੱਧੀਮਾਨ ਜਾਂ ਫਿਰ ਚੰਗੇ ਆਚਰਣ ਵਾਲਾ। ਆਰੀਆ ਸ਼ਬਦ ਦਾ ਸਭ ਨਾਲੋਂ ਪਹਿਲਾਂ ਉਲੇਖ ਵੇਦਾਂ ਵਿੱਚੋਂ ਮਿਲਦਾ ਹੈ। ਆਰਿਆਂ ਦੇ ਭਾਰਤ ਵਿੱਚ ਆਉਣ ਸੰਬੰਧੀ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਹਨ। ਤਾਂ ਇਸ ਦੇ ਬਾਰੇ ਵਿੱਚ ਸਭ ਨਾਲੋਂ ਪਹਿਲਾਂ ਆਪਾਂ ਜੋ ਵਿਚਾਰ ਲੈ ਰਹੇ ਹਾਂ ਉਹ ਹੈ ਪ੍ਰੋਫੈਸਰ ਮੈਕਸ ਮੁਲਰ ਦਾ। ਪ੍ਰੋਫੈਸਰ ਮੈਕਸ ਮੁਲਰ ਜਰਮਨੀ ਦੇ ਇੱਕ ਵਿਦਵਾਨ ਹੋਏ ਨੇ। ਠੀਕ ਹੈ ਜੀ, ਜਰਮਨੀ ਦੇ ਇੱਕ ਪ੍ਰਸਿੱਧ ਵਿਦਵਾਨ ਹੋਏ ਨੇ, ਜਿਨ੍ਹਾਂ ਨੇ ਕਿ ਆਪਣੀ ਪੁਸਤਕ ਲੈਕਚਰਸ ਆਫ ਦਾ ਸਾਇੰਸ ਆਫ ਲੈਂਗੁਏਜ ਦੇ ਵਿੱਚ ਇਹ ਵਿਚਾਰ ਦਿੱਤਾ ਕਿ ਜੋ ਆਰੀਆ ਸਨ ਉਹ ਮੱਧ ਏਸ਼ੀਆ ਦੇ ਵਾਸੀ ਸਨ। ਇਹਨਾਂ ਨੇ ਆਪਣੀ ਪੁਸਤਕ ਲੈਕਚਰ ਆਫ ਸਾਇੰਸ ਆਫ ਲੈਂਗੁਏਜ, ਜਿੱਦਾਂ ਕਿ ਨਾਮ ਤੋਂ ਹੀ ਪਤਾ ਲੱਗ ਰਿਹਾ ਕਿ ਇਹ ਭਾਸ਼ਾ ਦੇ ਆਧਾਰ ਦੇ ਉੱਤੇ ਲਿਖੀ ਗਈ ਇੱਕ ਪੁਸਤਕ ਹੈ। ਇਸ ਪੁਸਤਕ ਦੇ ਵਿੱਚ ਮੈਕਸ ਮੁਲਰ ਨੇ ਵੱਖ-ਵੱਖ ਭਾਸ਼ਾਵਾਂ, ਭਾਰਤੀ, ਰੋਮਨ, ਯੂਨਾਨੀ ਅਤੇ ਅੰਗਰੇਜ਼ੀ ਆਦਿ ਜਾਤੀਆਂ ਦੇ, ਠੀਕ ਆ, ਅੰਗਰੇਜ਼, ਜਰਮਨ, ਯੂਨਾਨੀ, ਰੋਮਨ ਅਤੇ ਭਾਰਤੀ ਜਾਤੀਆਂ ਦੇ ਸ਼ਬਦਾਂ ਦਾ ਅਧਿਐਨ ਕੀਤਾ ਅਤੇ ਇਸ ਨਤੀਜੇ ਉੱਤੇ ਪਹੁੰਚੇ ਕਿ ਇਹਨਾਂ ਭਾਸ਼ਾਵਾਂ ਦੇ ਬਹੁਤ ਸਾਰੇ ਜੋ ਸ਼ਬਦ ਸਨ ਉਹ ਇੱਕੋ ਤਰ੍ਹਾਂ ਨਾਲ ਲਿਖੇ ਜਾਂ ਬੋਲੇ ਜਾਂਦੇ ਸਨ, ਥੋੜ੍ਹੇ ਬਹੁਤੇ ਅੰਤਰ ਦੇ ਨਾਲ ਇੱਕੋ ਤਰ੍ਹਾਂ ਦੇ ਸਨ। ਜਿੱਦਾਂ ਕਿ ਸੰਸਕ੍ਰਿਤ ਦੇ ਵਿੱਚ, ਭਾਰਤੀ ਲੈਂਗੁਏਜ ਸੰਸਕ੍ਰਿਤ ਦੇ ਵਿੱਚ ਮਾਂ ਲਈ ਮਾਤਰ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਇੰਗਲਿਸ਼ ਦੇ ਵਿੱਚ ਮਾਤਰ ਲਈ ਮਦਰ, ਮਾਂ ਲਈ ਮਦਰ ਸ਼ਬਦ ਵਰਤਿਆ ਜਾਂਦਾ ਹੈ। ਸੰਸਕ੍ਰਿਤ ਦੇ ਵਿੱਚ ਪਿਤਾ ਲਈ ਪਿੱਤਰ ਔਰ ਇੰਗਲਿਸ਼ ਦੇ ਵਿੱਚ ਪਿਤਾ ਲਈ ਫਾਦਰ ਵਰਤਿਆ ਜਾਂਦਾ ਹੈ। ਠੀਕ ਹੈ, ਤਾਂ ਇਹਨਾਂ ਆਧਾਰ ਦੇ ਉੱਤੇ, ਇਸ ਆਧਾਰ ਨੂੰ ਮੰਨਦੇ ਹੋਏ ਮੈਕਸ ਮੁਲਰ ਨੇ ਇਹ ਵਿਚਾਰ ਦਿੱਤਾ ਕਿ ਕਿਸੇ ਟਾਈਮ ਇਹਨਾਂ ਸਾਰੀਆਂ ਜਾਤੀਆਂ ਦੇ ਵੱਡੇ ਬਜ਼ੁਰਗ ਇਕੱਠੇ ਰਹਿੰਦੇ ਸੀ ਅਤੇ ਹੌਲੀ-ਹੌਲੀ ਉਸ ਇਲਾਕੇ ਦੇ ਵਿੱਚ ਆਬਾਦੀ ਦੇ ਵਿਸਥਾਰ ਦੇ ਕਾਰਨ ਇਹਨਾਂ ਨੇ ਉਸ ਸਥਾਨ ਨੂੰ, ਯਾਨੀ ਕਿ ਮੱਧ ਏਸ਼ੀਆ ਨੂੰ ਛੱਡ ਕੇ ਜਾਣਾ ਸ਼ੁਰੂ ਕਰ ਦਿੱਤਾ ਅਤੇ ਆਰੀਆ ਵੀ ਇਸੇ ਜਾਤੀ ਦੇ ਵਿੱਚੋਂ ਇੱਕ ਸਨ। ਇਸ ਆਧਾਰ ਦੇ ਉੱਤੇ ਉਹਨਾਂ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਜੋ ਆਰੀਆ ਸੀ ਉਹਨਾਂ ਦਾ ਅਸਲ ਮੂਲ ਸਥਾਨ ਜੋ ਸੀ ਉਹ ਸੀ ਮੱਧ ਏਸ਼ੀਆ। ਠੀਕ ਹੈ, ਆਰੀਆ ਮੱਧ ਏਸ਼ੀਆ ਦੇ ਵਸਿੰਦੇ ਸੀ। ਇਹਨਾਂ ਵਿੱਚੋਂ ਕੁਝ ਆਰੀਆ ਭਾਰਤ ਆ ਗਏ ਅਤੇ ਬਾਕੀ ਜਿਹੜੇ ਹੋਰ ਸੀ ਉਹ ਯੂਰਪ ਦੇਸ਼ਾਂ ਵੱਲ ਨੂੰ ਚਲੇ ਗਏ। ਮੈਕਸ ਮੁਲਰ ਦੇ ਇਸ ਧਾਰਨਾ ਦਾ ਜੋ ਆਧਾਰ ਰਿਹਾ ਉਹ ਰਿਹਾ ਵੱਖ-ਵੱਖ ਭਾਸ਼ਾਵਾਂ, ਜਿੱਦਾਂ ਕਿ ਇੰਗਲਿਸ਼, ਰੋਮਨ, ਯੂਨਾਨੀ, ਹਿੰਦੀ ਅਤੇ ਜਰਮਨ। ਉਹਨਾਂ ਨੇ ਵੱਖ-ਵੱਖ ਭਾਸ਼ਾਵਾਂ ਨੂੰ ਆਧਾਰ ਬਣਾ ਕੇ ਆਪਣਾ ਇਹ ਵਿਚਾਰ ਪੇਸ਼ ਕੀਤਾ। ਤਾਂ ਇਹ ਵਿਚਾਰ ਕਿਸ ਪੁਸਤਕ ਵਿੱਚ ਪੇਸ਼ ਕੀਤਾ ਗਿਆ ਸੀ? ਲੈਕਚਰਸ ਆਫ ਦਾ ਸਾਇੰਸ ਆਫ
लैंग्वेज। ठीक है। बाल गंगाधर तिलक ने आर्यों के ਭਾਰਤ ਆਉਣ संबंधी जो सिद्धांत दिता, उन्होंने उत्तरी ध्रुव प्रदेश का सिद्धांत दिता। ठीक है जी, उत्तरी ध्रुव प्रदेश मतलब कि बाल गंगाधर तिलक के अकॉर्डिंग जोड़े आर्य लोग सी वो भारत के विच उत्तरी ध्रुवी प्रदेशों तो आए सीगे, मतलब आर्टिक सागर कन्नियों आर्टिक सागर के प्रदेश वालों वो भारत विच आए सी। अपनी पुस्तक आर्टिक होम ऑफ द आर्यन दे विच बाल गंगाधर तिलक ने मन्निया कि ਜਿਹੜੇ आर्य लोग सी ਉਹ ਉੱਤਰੀ ਧਰੁਵ ਵੱਲੋਂ ਆਏ ਸੀ, ਜਿਸ ਦਾ ਕਾਰਨ ਉਹਨਾਂ ਨੇ ਦੱਸਿਆ ਕਿ ਰਿਗਵੇਦ ਦੇ ਵਿੱਚ ਇਹ ਵਰਣਨ ਹੈ, ਰਿਗਵੇਦ ਵਿੱਚ ਆਉਂਦਾ ਹੈ ਕਿ ਆਰਿਆਂ ਦਾ ਜੋ ਦੇਸ਼ ਸੀ ਉੱਥੇ 6 ਮਹੀਨੇ ਦਿਨ ਅਤੇ 6 ਮਹੀਨੇ ਰਾਤ ਹੁੰਦੀ ਸੀ ਅਤੇ ਉੱਥੇ ਦਾ ਜਿਹੜਾ ਮੌਸਮ ਸੀ ਉਹ ਬਹੁਤ ਸਰਦ ਸੀ। ਜਿਸ ਨੂੰ ਆਧਾਰ ਬਣਾ ਕੇ ਬਾਲ ਗੰਗਾਧਰ ਤਿਲਕ ਨੇ ਆਰਿਆਂ ਦਾ ਜਿਹੜਾ ਪ੍ਰਦੇਸ਼ ਸੀ ਉਹ ਉੱਤਰੀ ਧਰੁਵ ਮੰਨਿਆ। ਤਿਲਕ ਦਾ ਇਹ ਸਿਧਾਂਤ ਜੋ ਸੀ ਇਹ ਨਕਸ਼ਤਰ ਵਿਦਿਆ ਦੇ ਉੱਤੇ ਆਧਾਰਿਤ ਸੀ, ਜਿਸ ਕਾਰਨ ਇਤਿਹਾਸਕਾਰਾਂ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ। ਆਰਿਆਂ ਦੇ ਭਾਰਤ ਆਉਣ ਦਾ ਜੋ ਨੈਕਸਟ ਸਿਧਾਂਤ ਹੈ ਉਹ ਦਿੱਤਾ ਹੈ ਤਿੱਬਤ ਸੰਬੰਧੀ। ਇਹ ਸਿਧਾਂਤ ਦਿੱਤਾ ਗਿਆ ਹੈ ਦਇਆਨੰਦ ਸਰਸਵਤੀ ਨੇ। ਤਾਂ ਦਇਆਨੰਦ ਸਰਸਵਤੀ ਜੋ ਸਨ ਉਹ ਆर्य ਸਮਾਜ ਦੇ ਮੋਢੀ ਸੀ। स्वामी दयानंद सरस्वती ने आर्य समाज की स्थापना की थी ਅਤੇ ਇਹਨਾਂ ਨੇ ਇੱਕ ਪੁਸਤਕ ਲਿਖੀ ਸੀ ਜਿਸ ਦਾ ਨਾਮ ਸੀ ਸਤਿਆਰਥ ਪ੍ਰਕਾਸ਼। ਇਸ ਪੁਸਤਕ ਦੇ ਵਿੱਚ ਸਵਾਮੀ ਦਇਆਨੰਦ ਸਰਸਵਤੀ ਨੇ ਤਿੱਬਤ ਦਾ ਸਿਧਾਂਤ ਪੇਸ਼ ਕੀਤਾ, ਜਿਸ ਦੇ ਅਕੋਰਡਿੰਗ ਕਿ ਜੋ ਆर्य ਲੋਕ ਸੀ ਇਹਨਾਂ ਦਾ ਮੂਲ ਨਿਵਾਸ ਸਥਾਨ ਤਿੱਬਤ ਸੀ। ਕਹਿੰਦਾ ਜਦੋਂ ਇਹਨਾਂ ਦੀ ਆਬਾਦੀ ਤਿੱਬਤ ਦੇ ਵਿੱਚੋਂ ਵਧਣੀ ਸ਼ੁਰੂ ਹੋਈ ਤਾਂ ਇਹਨਾਂ ਨੇ ਨੇੜੇ ਦੇ ਦੇਸ਼ ਭਾਰਤ ਦੇ ਵਿੱਚ ਨੂੰ ਆਉਣਾ ਸ਼ੁਰੂ ਕਰ ਦਿੱਤਾ। ਭਾਰਤ ਤਿੱਬਤ ਦੇ ਨੇੜੇ ਦਾ ਦੇਸ਼ ਸੀ, ਇਸ ਕਰਕੇ ਕੀ ਆ ਇਹ ਇਸ ਸਥਾਨ ਵੱਲ ਨੂੰ ਆਏ। ਉਹਨਾਂ ਨੇ ਇਸ ਸੰਬੰਧੀ ਦਲੀਲ ਦਿੱਤੀ ਕਿ ਰਿਗਵੇਦ ਦੇ ਵਿੱਚ ਜਿਨ੍ਹਾਂ ਵਸਤੂਆਂ ਦਾ ਜਾਂ ਜਿਨ੍ਹਾਂ ਚੀਜ਼ਾਂ ਦਾ ਵਰਣਨ ਮਿਲਦਾ ਹੈ ਆਰਿਆਂ ਦੇ ਭਾਰਤ ਆਉਣ ਸੰਬੰਧੀ, ਉਹਨਾਂ ਨੇ ਦਲੀਲ ਦਿੱਤੀ ਕਿ ਰਿਗਵੇਦ ਦੇ ਵਿੱਚ ਜੋ ਵਸਤੂਆਂ ਦਾ ਵਰਣਨ ਕੀਤਾ ਗਿਆ ਹੈ, ਜੋ ਵਸਤੂਆਂ ਦਾ ਜ਼ਿਕਰ ਹੈ, ਅਜਿਹੀਆਂ ਵਸਤੂਆਂ ਤਿੱਬਤ ਦੇ ਵਿੱਚ ਮਿਲਦੀਆਂ ਸਨ। ਠੀਕ ਹੈ, ਤਿੱਬਤ ਦੇ ਵਿੱਚ ਉਹ ਵਸਤੂਆਂ ਮਿਲਦੀਆਂ ਸੀ ਜਿਨ੍ਹਾਂ ਦਾ ਜ਼ਿਕਰ ਆਰਿਆਂ ਦੁਆਰਾ ਕੀਤਾ ਗਿਆ ਸੀ, ਕਿਉਂਕਿ ਤਿੱਬਤ ਇੱਕ ਠੰਡਾ ਦੇਸ਼ ਸੀ। ਠੀਕ ਹੈ, ਸਰਦ ਪ੍ਰਦੇਸ਼ ਸੀ, ਤਾਂ ਉੱਥੋਂ ਦੇ ਲੋਕ ਕੀ ਸੀਗੇ, ਉਹ ਅੱਗ ਦੀ ਬਹੁਤ ਅਹਿਮੀਅਤ ਮੰਨਦੇ ਸੀ। ਆर्य ਲੋਕ ਸਨ ਜੋ ਉਹ ਵੀ ਅੱਗ ਦੀ ਪੂਜਾ ਕਰਦੇ ਸਨ, ਜਿਸ ਨੂੰ ਆਧਾਰ ਬਣਾ ਕੇ ਸਵਾਮੀ ਦਇਆਨੰਦ ਸਰਸਵਤੀ ਨੇ ਆਰਿਆਂ ਦੇ ਤਿੱਬਤ ਵੱਲ ਤੋਂ ਭਾਰਤ ਨੂੰ ਆਉਣ ਦਾ ਸੰਕੇਤ ਦਿੱਤਾ। ਪਰੰਤੂ ਵਿਦਵਾਨਾਂ ਨੇ ਇਸ ਵਿਚਾਰ ਉੱਤੇ ਵੀ ਸ਼ੰਕਾ ਜ਼ਾਹਿਰ ਕਰਦਿਆਂ ਇਸ ਸਿਧਾਂਤ ਨੂੰ ਸਹੀ ਨਹੀਂ ਮੰਨਿਆ, ਕਿਉਂਕਿ ਸੰਸਾਰ ਦੇ ਵਿੱਚ ਅਜਿਹੇ ਬਹੁਤ ਸਾਰੇ ਦੇਸ਼ ਹਨ ਜਿੱਥੇ ਬਹੁਤ ਜ਼ਿਆਦਾ ਸਰਦੀ ਪੈਂਦੀ ਹੈ। ਠੀਕ ਹੈ, ਅਤੇ ਉੱਥੇ ਵੀ ਅੱਗ ਦੀ ਉਨੀ ਹੀ ਮਹੱਤਤਾ ਮੰਨੀ ਜਾਂਦੀ ਹੈ। ਠੀਕ ਹੈ, ਜਿਸ ਆਧਾਰ ਦੇ ਉੱਤੇ ਤਿੱਬਤ ਵੱਲੋਂ ਆਉਣ ਦਾ ਜੋ ਸਿਧਾਂਤ ਸੀ ਇਹ ਵੀ ਜ਼ਿਆਦਾਤਰ ਵਿਦਵਾਨਾਂ ਵੱਲੋਂ ਨਹੀਂ ਮੰਨਿਆ ਗਿਆ। ਇੱਕ ਹੋਰ ਵਿਦਵਾਨ ਹੋਏ ਨੇ, ਠੀਕ ਹੈ, ਜਿਨ੍ਹਾਂ ਦਾ ਨਾਮ ਹੈ F.E. ਪਾਰਜ਼ਿਟਰ। F.E. ਪਾਰਜ਼ਿਟਰ ਨੇ ਆਪਣੀ ਇੱਕ ਪੁਸਤਕ ਲਿਖੀ ਪ੍ਰਾਚੀਨ ਭਾਰਤੀ ਇਤਿਹਾਸਕ ਪਰੰਪਰਾ। ਠੀਕ ਹੈ, ਏਨਸ਼ੀਅੰਟ ਇੰਡੀਅਨ ਹਿਸਟੋਰੀਕਲ ਟ੍ਰੈਡੀਸ਼ਨਜ਼, ਜਿਸ ਦੇ ਵਿੱਚ ਉਹਨਾਂ ਨੇ ਸਵਾਮੀ ਦਇਆਨੰਦ ਸਰਸਵਤੀ ਦਾ ਤਿੱਬਤ ਦਾ ਸਿਧਾਂਤ ਕਿ ਆर्य ਲੋਕ ਭਾਰਤ ਦੇ ਵਿੱਚ ਤਿੱਬਤ ਵੱਲੋਂ ਆਏ ਸੀ ਦਾ ਸਮਰਥਨ ਕੀਤਾ। ਪਰੰਤੂ ਵਿਦਵਾਨਾਂ ਨੇ ਇਸ ਧਾਰਨਾ ਨੂੰ ਪ੍ਰੋਪਰ ਨਹੀਂ ਸਵੀਕਾਰ ਕੀਤਾ। ਠੀਕ ਹੈ ਜੀ, ਤਾਂ ਅੱਗੇ ਦੇਖਦੇ ਹਾਂ ਕਿ ਕੀ ਆ ਰਿਹਾ ਆਪਣੇ ਕੋਲੇ। ਭਾਰਤੀ ਇਤਿਹਾਸਕਾਰ ਡਾਕਟਰ ਸੰਪੂਰਨਾਨੰਦ ਅਤੇ ਡਾਕਟਰ ਅਸ਼ਵਿਨ ਚੰਦਰ ਦਾਸ ਨੇ ਇਹ ਵਿਚਾਰ ਦਿੱਤੇ ਕਿ ਜੋ ਆर्य ਲੋਕ ਸੀ ਉਹਨਾਂ ਦੇ ਗ੍ਰੰਥਾਂ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਆर्य ਲੋਕ ਕਿਤੋਂ ਹੋਰ ਨਾ ਹੋ ਕੇ ਇਹ ਭਾਰਤ ਦੇ ਹੀ ਵਸਿੰਦੇ ਸਨ। ਡਾਕਟਰ ਸੰਪੂਰਨਾਨੰਦ
ਨੇ ਆਰਿਆਂ ਦਾ ਆਦਿ ਦੇਸ਼ ਨਾਮਕ ਪੁਸਤਕ ਲਿਖੀ, ਜਿਸ ਦੇ ਵਿੱਚ ਉਹਨਾਂ ਨੇ ਵਿਚਾਰ ਦਿੱਤਾ ਕਿ ਇਹ ਲੋਕ ਸਪਤ ਸਿੰਧੂ ਪ੍ਰਦੇਸ਼ ਦੇ ਅਸਲ ਵਸਿੰਦੇ ਸਨ। ਸਪਤ ਸਿੰਧੂ ਪ੍ਰਦੇਸ਼ ਦੇ ਇਹ ਅਸਲ ਨਿਵਾਸੀ ਸਨ। ਹੜੱਪਾ ਸੱਭਿਅਤਾ ਦੇ ਅੰਤ ਦੇ ਨਾਲ ਜਿਉਂ-ਜਿਉਂ ਹੜੱਪਾ ਸੱਭਿਅਤਾ ਦਾ ਅੰਤ ਹੋਣਾ ਸ਼ੁਰੂ ਹੋਇਆ, ਇਹਨਾਂ ਨੇ ਚੰਗੇ ਜੀਵਨ ਦੀ ਭਾਲ ਦੇ ਵਿੱਚ ਭਾਰਤ ਦੇ ਹੋਰ ਹਿੱਸਿਆਂ ਵੱਲ ਨੂੰ ਪ੍ਰਸਥਾਨ ਕਰਨਾ ਸ਼ੁਰੂ ਕਰ ਦਿੱਤਾ। ਡਾਕਟਰ ਅਸ਼ਵਿਨ ਚੰਦਰ ਦਾਸ ਨੇ ਆਪਣੀ ਪੁਸਤਕ ਰਿਗਵੈਦਿਕ ਇੰਡੀਆ ਦੇ ਵਿੱਚ ਡਾਕਟਰ ਸੰਪੂਰਨਾਨੰਦ ਦੇ ਇਸ ਸਿਧਾਂਤ ਦਾ ਸਮਰਥਨ ਕੀਤਾ। ਮਤਲਬ ਕਿ ਡਾਕਟਰ ਸੰਪੂਰਨਾਨੰਦ ਅਤੇ ਡਾਕਟਰ ਅਸ਼ਵਿਨ ਚੰਦਰ ਦਾਸ ਮੰਨਦੇ ਸਨ ਕਿ ਆਰੀਆ ਲੋਕ ਸਪਤ ਸਿੰਧੂ ਪ੍ਰਦੇਸ਼ ਦੇ ਵਸਿੰਦੇ ਸਨ, ਸਪਤ ਸਿੰਧੂ ਪ੍ਰਦੇਸ਼ ਦੇ ਅਸਲ ਨਿਵਾਸੀ ਸਨ। ਆਰਿਆਂ ਦੇ ਆਸਟਰੀਆ ਹੰਗਰੀ ਤੋਂ ਆਉਣ ਦਾ ਜੋ ਵਿਚਾਰ ਹੈ, ਇਹ ਵਿਚਾਰ ਦੱਸਿਆ ਹੈ ਡਾਕਟਰ ਪੀ ਗਾਈਲਜ਼ ਨੇ। ਡਾਕਟਰ ਪੀ ਗਾਈਲਜ਼ ਨੇ ਆਰਿਆਂ ਨੂੰ ਆਸਟਰੀਆ, ਹੰਗਰੀ ਅਤੇ ਬੋਹੀਮੀਆ ਦੇ ਇਲਾਕਿਆਂ ਨਾਲ ਸੰਬੰਧਿਤ ਮੰਨਿਆ ਹੈ। ਡਾਕਟਰ ਮੈਕਡੋਨਲ ਨੇ ਡਾਕਟਰ ਗਾਈਲਜ਼ ਦੇ ਵਿਚਾਰਾਂ ਦਾ ਸਮਰਥਨ ਕੀਤਾ। ਉਹਨਾਂ ਦੇ ਅਨੁਸਾਰ ਜੋ ਵਸਤੂਆਂ ਭਾਵ ਬਨਸਪਤੀ, ਪਸ਼ੂ, ਅੰਨ ਦਾ ਗਿਆਨ ਆਰਿਆਂ ਨੂੰ ਸੀ, ਉਹ ਸਭ ਵਸਤੂਆਂ ਹੰਗਰੀ, ਬੋਹੀਮੀਆ, ਆਸਟਰੀਆ ਪ੍ਰਦੇਸ਼ਾਂ ਦੇ ਵਿੱਚ ਮਿਲਦੀਆਂ ਸਨ। ਅਲੱਗ-ਅਲੱਗ ਵਿਦਵਾਨਾਂ ਦੇ ਇਹਨਾਂ ਮੱਤਾਂ ਦਾ ਅਧਿਐਨ ਕਰਨ ਤੋਂ ਬਾਅਦ, ਠੀਕ ਹੈ, ਜੋ ਜ਼ਿਆਦਾਤਰ ਵਿਦਵਾਨ ਸਹਿਮਤ ਹੋਏ ਹਨ, ਉਹ ਇਸ ਗੱਲ 'ਤੇ ਸਹਿਮਤ ਹੋਏ ਹਨ ਕਿ ਜੋ ਆਰੀਆ ਲੋਕ ਸੀ ਉਹ ਉਹਨਾਂ ਦਾ ਮੂਲ ਸਥਾਨ ਜੋ ਹੈ ਉਹ ਮੱਧ ਏਸ਼ੀਆ ਸੀ। ਠੀਕ ਹੈ, ਉਹਨਾਂ ਦਾ ਮੂਲ ਸਥਾਨ ਕੀ ਸੀ? ਮੱਧ ਏਸ਼ੀਆ ਸੀ। ਅਤੇ ਮੱਧ ਏਸ਼ੀਆ ਦਾ ਜਿਹੜਾ ਸਿਧਾਂਤ ਦੱਸਿਆ ਸੀ, ਇਹ ਸਿਧਾਂਤ ਦਿੱਤਾ ਸੀ ਮੈਕਸ ਮੁੱਲਰ ਨੇ। ਪ੍ਰੋਫੈਸਰ ਮੈਕਸ ਮੁੱਲਰ ਨੇ ਆਪਣੀ ਪੁਸਤਕ ਦੇ ਵਿੱਚ ਦੱਸਿਆ ਸੀ, ਜਿਸ ਦਾ ਨਾਮ ਹੈ ਲੈਕਚਰਜ਼ ਔਨ ਦਾ ਸਾਇੰਸ ਆਫ ਲੈਂਗੁਏਜ। ਠੀਕ ਹੈ, ਜ਼ਿਆਦਾਤਰ ਵਿਦਵਾਨ ਇਸੇ ਗੱਲ ਨਾਲ ਸਹਿਮਤ ਹਨ ਕਿ ਜੋ ਆਰੀਆ ਸੀ ਉਹ ਮੱਧ ਏਸ਼ੀਆ ਦੇ ਇਲਾਕਿਆਂ ਤੋਂ ਭਾਰਤ ਵੱਲ ਨੂੰ ਆਏ ਸਨ। ਤਾਂ ਇਹ ਸਨ ਆਪਣੇ ਆਰਿਆਂ ਦੇ ਭਾਰਤ ਆਉਣ ਸੰਬੰਧੀ ਵਿਚਾਰ। ਠੀਕ ਹੈ ਜੀ, ਜਿਸ ਦੇ ਅਧਿਐਨ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ ਭਾਰਤ ਦੇ ਵਿੱਚ ਆਰਿਆਂ ਦਾ ਜੋ ਆਗਮਨ ਹੋਇਆ ਸੀ, ਉਹ ਆਗਮਨ ਮੱਧ ਏਸ਼ੀਆ ਤੋਂ ਹੋਇਆ ਸੀ। ਮੱਧ ਏਸ਼ੀਆ ਤੋਂ ਆਰਿਆਂ ਨੇ ਆਉਣਾ ਸ਼ੁਰੂ ਕੀਤਾ ਅਤੇ ਭਾਰਤ ਦੇ ਵਿੱਚ ਆ ਕੇ ਵਸ ਗਏ। ਦੋਸਤੋ, ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਆਰਿਆਂ ਦੇ ਭਾਰਤ ਆਉਣ ਸੰਬੰਧੀ ਵੱਖ-ਵੱਖ ਵਿਦਵਾਨਾਂ ਦੇ ਵਿਚਾਰਾਂ ਨੂੰ ਸਾਂਝਾ ਕੀਤਾ ਗਿਆ। ਠੀਕ ਹੈ ਜੀ, ਅਸੀਂ ਜਲਦੀ ਹੀ ਆਰਿਆਂ ਦੀ ਰਾਜਨੈਤਿਕ ਜੀਵਨ, ਆਰਥਿਕ ਜੀਵਨ, ਧਾਰਮਿਕ ਜੀਵਨ ਅਤੇ ਸਮਾਜਿਕ ਜੀਵਨ ਨਾਲ ਸੰਬੰਧਿਤ ਇੱਕ ਹੋਰ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਈ ਤਾਂ ਕਿਰਪਾ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਧੰਨਵਾਦ ਜੀ।